मुझे ये बताएं कि यहाँ पे जो अफ्तारी आज जो है रखी गई है, आप उसके लिए आए? हाँ जी बिल्कुल इसी तरह ही है। कैसा लग रहा है आपको कि एक आप पाकिस्तान में ही रहने वाले हैं कि आप इंडिया से आए? नहीं मैं इत्थों ਦਾ ਹੀ ਹੈਗਾ, ਮੇਰੀ ਜੰਮਪਲ ਇੱਥੋਂ ਦਾ ਹੀ ਆ, ਨਨਕਾਣਾ ਸਾਹਿਬ 'ਚ ਮੈਂ ਜੰਮਿਆ ਸੀ ਪਲਿਆ ਸੀ। ਸੋ ਮਤਲਬ ਇੱਥੋਂ ਦਾ ਹੋ ਕੇ ਫਿਰ ਇੱਥੋਂ ਦੀ ਇਹੋ ਜਿਹੀ ਚੀਜ਼ਾਂ 'ਚ ਪਾਰਟਿਸਿਪੇਟ ਕਰਨਾ ਮੇਰਾ ਖਿਆਲ ਹੈ ਕਿ ਕਿਤੇ ਨਾ ਕਿਤੇ ਮੇਰਾ ਫਰਜ਼ ਵੀ ਹੈਗਾ ਵਾ, ਪਹਿਲੀ ਗੱਲ। ਦੂਜੀ ਗੱਲ ਇਹ ਵਾ ਕਿ ਜਦੋਂ ਸਾਨੂੰ ਪਤਾ ਕਿ ਇਹੋ ਜਿਹੀ ਚੀਜ਼ਾਂ ਇੱਥੇ ਹੋ ਰਹੀਆਂ ਨੇ ਜਿਹਦੇ ਕਰਕੇ ਮੇਰੇ ਮੁਲਕ ਦਾ, ਮੇਰੇ ਸ਼ਹਿਰ ਦਾ ਨਾਂ ਉੱਚਾ ਹੋ ਰਿਹਾ ਵਾ ਤੇ ਪੂਰੀ ਦੁਨੀਆ ਦੇ ਵਿੱਚ ਇੱਕ ਅਮਨ ਦਾ ਤੇ ਸ਼ਾਂਤੀ ਦਾ ਇੱਕ ਪੈਗਾਮ ਜਾ ਰਿਹਾ ਵਾ, ਇੱਕ ਮੈਸੇਜ ਜਾ ਰਿਹਾ ਵਾ, ਤੇ ਫਿਰ ਕਿਉਂ ਨਾ ਮੈਂ ਆ ਗਿਆ ਵਾਂ। ਸੋ ਦੈਟਸ ਵਾਈ ਮੈਨੂੰ ਇਹਨਾਂ ਚੀਜ਼ਾਂ ਨੇ ਮਜਬੂਰ ਕੀਤਾ ਤੇ ਕਿ ਅੱਜ ਮੈਂ ਇਸ ਅਫਤਾਰੀ ਵਾਸਤੇ ਆਵਾਂ। जिन्होंने अफ्तारी रखी है वो किहो जिहा काम कर रहे हैं? ਦੇਖੋ ਅਫਤਾਰੀ ਰੱਖਣਾ ਮੇਰਾ ਨਹੀਂ ਖਿਆਲ ਕਿ ਸ਼ਾਇਦ ਹੁਣ ਵੱਡਾ ਕੰਮ ਰਿਹਾ। ਉਹਦਾ ਇੱਕੋ ਹੀ ਕਾਰਨ ਹੈ ਕਿ ਅੱਜ ਤੁਸੀਂ ਮੈਂ ਗਲੀ ਦੇ ਵਿੱਚ ਹੀ ਆ ਰਿਹਾ ਸੀ, ਹੁਣੇ ਬਥੇਰੀਆਂ ਥਾਵਾਂ ਤੇ ਮੈਂ ਵੇਖਿਆ ਕਿ ਦਸਤਰਖਾਨ ਸਜ ਰਹੇ ਨੇ। ਵੱਡੀ ਗੱਲ ਪਤਾ ਕੀ ਆ? ਵੱਡੀ ਗੱਲ ਹੈ ਕਿ ਇਹਨਾਂ ਸਾਰਿਆਂ ਲੋਕਾਂ ਨੂੰ ਇੱਕ ਥਾਂ ਤੇ ਆ ਕੇ ਜਮ੍ਹਾਂ ਕਰਨਾ, ਇਹਨਾਂ ਸਾਰਿਆਂ ਲੋਕਾਂ ਨੂੰ ਲੈ ਕੇ ਉਹਨਾਂ ਨੂੰ ਇਨਸਾਨੀਅਤ ਦਾ ਪ੍ਰਚਾਰ ਦੇਣਾ, ਔਰ ਨਾ ਸਿਰਫ ਇਨਸਾਨੀਅਤ ਦਾ ਪ੍ਰਚਾਰ ਗੱਲਾਂ ਬਾਤਾਂ ਤੇ ਕਰ ਦੇਣਾ ਬਲਕਿ ਪ੍ਰੈਕਟੀਕਲ ਵੇ 'ਚ ਉਹਨਾਂ ਨੂੰ ਬਿਠਾ ਕੇ ਇੱਕੋ ਥਾਲ 'ਚ ਲਿਆ ਕੇ ਉਹਨਾਂ ਨੂੰ ਖਿਲਾਣਾ ਪਿਲਾਣਾ, ਤਾਂ ਕਿ ਉਹ ਕਹਿਣ ਕਿ ਯਾਰ ਜਿਵੇਂ ਕਿ ਧਰਮ ਹੈਗੇ ਨੇ ਸਾਡੇ ਆਪਣੇ ਹੱਥ ਤੱਕ ਹੈਗੇ ਨੇ, ਤੇ ਠੀਕ ਉਸੇ ਤਰ੍ਹਾਂ ਜਿਵੇਂ ਫਲਾਂ ਦੇ ਰੰਗ ਹੈਗੇ ਨੇ ਜਾਂ ਜ਼ਾਇਕੇ ਨੇ ਉਹਨਾਂ ਦੇ ਆਪਣੇ ਹੈਗੇ ਨੇ, ਲੇਕਿਨ ਉੱਤੋਂ ਵੇਖਿਆ ਜਾਵੇ ਤਾਂ ਉਹ ਵੀ ਫਲ ਹੈਗੇ ਨੇ ਜਾਂ ਖਾਣ ਪੀਣ ਦੀ ਚੀਜ਼ਾਂ ਨੇ, ਠੀਕ ਉਸੇ ਤਰ੍ਹਾਂ ਅਸੀਂ ਵੀ ਇਨਸਾਨ ਹੈਗੇ ਆ ਜਿਹਦੇ ਵਿੱਚ ਇਨਸਾਨੀਅਤ ਸਭ ਤੋਂ ਵੱਡਾ ਧਰਮ ਆ। ਤੇ ਮੈਂ ਸਮਝਦਾ ਕਿ ਇਹੀ ਹੈ ਕਰਨਾ ਚਾਹੁੰਦੇ, ਦੇਣਾ ਚਾਹੁੰਦੇ ਇਹੀ ਪੈਗਾਮ। अच्छा, ਜਦੋਂ ਅਸੀਂ ਇੰਡੀਆ ਦੀ ਗੱਲ ਕਰ ਰਹੇ ਹਾਂ ਬੜਾ ਅਜੀਬ ਲੱਗਦਾ ਹੈ ਬਾਰ-ਬਾਰ ਇਹੋ ਪੁੱਛਣਾ, ਲੇਕਿਨ ਮੈਂ ਇੱਕ ਗੱਲ ਪੁੱਛਣਾ ਚਾਹਨੀ ਆ ਕਿ ਤੁਸੀਂ ਇੰਡੀਆ ਗਏ ਹੋ ਕਦੇ? ਨਹੀਂ ਕਦੇ ਵੀ ਨਹੀਂ ਗਿਆ। ਤੇ ਦਿਲ ਵੀ ਨਹੀਂ ਕੀਤਾ? ਨਹੀਂ ਦਿਲ ਬਹੁਤ ਕਰਦਾ। ਲੈ ਇੰਜ ਕਿਵੇਂ ਆ? ਆਪਣੀ ਮਿੱਟੀ ਵਾਸਤੇ ਤਾਂ ਦਿਲ ਕਰਦਾ ਹੈ, ਤੇ ਮਿੱਟੀ ਤੇ ਇੱਥੇ ਵੀ ਹੈ ਨਾ, ਉਹੀ ਮਿੱਟੀ ਇੱਥੇ ਹੈ ਉਹ ਮਿੱਟੀ ਉੱਥੇ। ਤੇ ਤੁਹਾਡੇ ਵੱਡੇ ਉੱਥੋਂ ਸੀ ਜਾਂ ਇੱਥੋਂ ਹੀ ਸੀ? ਹਾਂਜੀ ਵੜ ਕੇ ਸਾਡੇ ਲੁਧਿਆਣੇ ਦੇ ਹੈਗੇ ਸੀ। ਤੇ ਨਾਲੇ ਪਤਾ ਗੱਲ ਕੀ ਆ, ਮਿੱਟੀ ਦੀ ਗੱਲ ਨਹੀਂ ਹੈਗੀ ਆ, ਮੈਂ ਸਿਰਫ ਉਹ ਵੇਖਣਾ ਚਾਹੁੰਦਾ ਕਿ ਕਿਉਂ ਉਹ ਸਾਡੇ ਤੋਂ ਕਿੰਨੇ ਅੱਗੇ ਨਿਕਲ ਗਏ ਨੇ। ਸਾਡੇ ਤੋਂ ਤਕਰੀਬਨ ਕੋਈ 100 ਸਾਲ ਅੱਗੇ ਨੇ, ਭਾਵੇਂ ਤੁਸੀਂ ਉਹ ਕਲਚਰ ਵਾਈਜ਼ ਲੈ ਲਓ, ਭਾਵੇਂ ਤੁਸੀਂ ਉਹ ਫੂਡਸ ਦੇ ਵਿੱਚ ਲੈ ਲਓ, ਭਾਵੇਂ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਲੈ ਲਓ, ਭਾਵੇਂ ਉਹ ਐਜੂਕੇਸ਼ਨ 'ਚ ਲੈ ਲਓ, ਭਾਵੇਂ ਉਹ ਸਿਹਤ 'ਚ ਲੈ ਲਓ, ਹਰ ਪੱਖੋਂ ਉਹ ਸਾਡੇ ਤੋਂ 100 ਸਾਲ ਅੱਗੇ ਨੇ। ਮੈਂ ਸਿਰਫ ਵੇਖਣਾ ਚਾਹੁੰਦਾ, ਆਪ ਵੀ ਆਪਣੀ ਅੱਖੀਂ ਪ੍ਰੈਕਟੀਕਲ ਵੇਖਣਾ ਚਾਹੁੰਦਾ ਕਿ ਕੀ ਚੀਜ਼ ਹੈਗੀ ਕਿ ਜਿਹਨੂੰ ਲੈ ਕੇ ਉਹ ਫੜੇ ਹੋਏ ਨੇ ਤੇ ਅੱਗੇ ਤੋਂ ਅੱਗੇ ਤੁਰੀ ਜਾ ਰਹੇ ਨੇ। ਅੱਛਾ, ਤੁਸੀਂ ਜਿਹੜਾ ਮੈਸੇਜ ਦੇਣਾ ਚਾਹੋ ਅਗਰ, ਕਿਉਂਕਿ ਉਹ ਲੋਕ ਸਮਝਦੇ ਨੇ ਸ਼ਾਇਦ ਕਿ ਅਸੀਂ ਜਿਹੜੇ ਆ ਉਹਨਾਂ ਦੇ ਦੁਸ਼ਮਣ ਆ, ਅਸੀਂ ਸਮਝਦੇ ਆ ਉਹ ਦੁਸ਼ਮਣ ਨੇ। ਸਾਰੇ ਲੋਕੀ ਨਹੀਂ ਸਮਝਦੇ, ਪਰ ਕੁਝ ਲੋਕੀ ਜਿਹੜੇ ਨੇ ਉਹ ਗੰਦ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ, ਉੱਥੇ ਵੀ ਤੇ ਇੱਥੇ ਵੀ। ਤੇ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਕੀ ਮੈਸੇਜ ਦਿਓ? ਦੇਖੋ ਮੈਂ ਇਹ ਚੀਜ਼ ਨਾ ਡਾਇਰੈਕਟ ਕੈਮਰੇ ਦੇ ਵਿੱਚ ਮੂੰਹ ਕਰਕੇ ਕਹਾਂਗਾ ਕਿ ਜਿੰਨੇ ਵੀ ਸਾਡੇ ਉੱਚੇ ਪ੍ਰਾਹੁਣੇ ਵੇਖਣ ਵਾਲੇ ਨੇ, ਭਾਵੇਂ ਚੜ੍ਹਦੇ ਪੰਜਾਬ ਦੇ ਨੇ, ਭਾਵੇਂ ਲਹਿੰਦੇ ਪੰਜਾਬ ਦੇ ਨੇ, ਜਾਂ ਇੰਡੀਆ ਦੇ ਕਿਸੇ ਵੀ ਥਾਂ ਦੇ ਹੈਗੇ ਨੇ, ਇੱਕੋ ਬਿਨਤੀ ਆ, ਇੱਕੋ ਆਸ ਹੈਗੀ ਆਪ ਜੀ ਦੇ ਅੱਗੇ, ਰਿਕੁਐਸਟ ਹੈਗੀ ਆ ਹੱਥ ਜੋੜ ਕੇ ਕਿ ਪਲੀਜ਼ ਇੱਕ ਵਾਰੀ ਆ ਕੇ ਤੇ ਵੇਖੋ, ਸਾਨੂੰ ਸਾਡੇ ਨਾਲ ਇੱਕ ਵਾਰੀ ਬਹਿ ਕੇ ਤੇ ਵੇਖੋ, ਖਾ ਕੇ ਤੇ ਵੇਖੋ। ਰੱਬ ਦੀ ਸਹੁੰ ਤੁਹਾਨੂੰ ਤਾਰਾ ਕਰ ਨਾ ਭੁਲਾ ਛੱਡਿਆ ਤਾਂ ਫਿਰ ਮੇਰਾ ਨਾਂ ਬਦਲ ਦਿਓ। ਇਹੋ ਜਿਹਾ ਪਿਆਰ, ਇਹੋ ਜਿਹੇ ਮੁਹੱਬਤ ਵਾਲੇ, ਇਹੋ ਜਿਹੇ ਅੱਛੇ ਸੁੱਚੇ ਤੇ ਖਰੇ ਲੋਕ ਇੱਥੇ ਹੈਗੇ ਨੇ। ਇਹੀ ਮੇਰਾ ਇੱਕ ਛੋਟਾ ਜਿਹਾ ਮੈਸੇਜ ਆਏਗਾ ਕਿ ਨਾਲੇ ਦੂਜੀ ਗੱਲ ਪਤਾ ਗੱਲ ਕੀ ਹੈ, ਦੇਖੋ ਜਿਹੜਾ ਗੰਦ ਫੈਲਾਉਣ ਵਾਲੇ ਹੈਗੇ ਨੇ ਕਿੰਨੇ ਕੁ ਹੈਗੇ ਨੇ, 2 4 6 8 10 ਤੋਂ ਬਾਅਦ ਗਿਣਤੀ ਇਹਨਾਂ ਦੀ ਮੁੱਕ ਜਾਂਦੀ ਆ, ਪਰ ਇੱਕ ਨੈਚੁਰਲ ਗੱਲ ਹੈਗੀ ਕਿ ਨੈਗੇਟਿਵ ਦਾ ਇੰਪੈਕਟ ਤੇ ਅਸਰ ਬਹੁਤ ਜ਼ਿਆਦਾ ਪੈਂਦਾ ਹੈਗਾ ਵਾ। ਤੇ ਬਸ ਇਹ ਹੈ ਕਿ ਛੋਟੀ ਛੋਟੀ ਕੋਸ਼ਿਸ਼ਾਂ ਸਾਨੂੰ ਕਰਨੀ ਚਾਹੀਦੀ ਆ। ਅੱਜ ਖਾਜਾ ਅਫਤਾਰੀ ਸਾਡੀ ਕੋਸ਼ਿਸ਼ ਹੈਗੀ ਆ, ਤੁਸੀਂ ਵੇਖੋ ਮੇਰੇ ਰਾਹੀਂ ਉਹਨਾਂ ਨੂੰ ਪੋਜ਼ਿਟਿਵ ਪੈਗਾਮ ਦੇਣਾ ਚਾਹੁੰਦੇ ਹੋ, ਤੁਹਾਡੀ ਆਪਣੀ ਕੋਸ਼ਿਸ਼ ਹੈਗੀ ਆ। ਸੋ ਸਾਡੇ ਵਰਗੇ, ਆਪ ਜੀ ਵਰਗੇ ਲੋਕ ਅਸੀਂ ਲੱਗੇ ਹੋਏ ਆ ਕਿ ਸਾਡੇ ਤੇ ਉਹਨਾਂ ਦੇ ਵਿਚਕਾਰ ਜਿਹੜੀ ਕੁਦੂਰਤਾਂ ਨਫ਼ਰਤ ਹੈਗੀਆਂ ਨੇ ਉਹ ਮਿਟ ਜਾਣ ਤੇ ਸਾਡੇ ਇਸ ਤਰ੍ਹਾਂ ਦੇ ਰਿਸ਼ਤੇ ਬਣਨ ਇਨਸ਼ਾਅੱਲਾ। ਪਰ ਜਦੋਂ ਅਸੀਂ ਵੇਖਦੇ ਆ ਉਹਨਾਂ ਦੀਆਂ ਫਿਲਮਾਂ 'ਚ, ਮੈਂ ਕਦੀ ਗਈ ਤੇ ਨਹੀਂ, ਤੇ ਉਹ ਇਹ ਵਿਖਾਉਂਦੇ ਨੇ ਕਿ ਹਿੰਦੂ ਜਿਹੜੇ ਨੇ ਮਸਜਿਦ ਵਿੱਚ ਨਹੀਂ ਜਾ ਸਕਦੇ, ਉਹ ਮਾਸ ਮੱਛੀ ਨਹੀਂ ਖਾ ਸਕਦੇ। ਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਕਿ ਤੁਸੀਂ ਸਿੱਖ ਹੋ ਤੇ ਉਹਦੇ ਮਸਜਿਦ ਦੇ 'ਚ ਆ ਕੇ ਤੇ ਅਫਤਾਰੀ ਕਰ ਰਹੇ ਹੋ ਮੁਸਲਮਾਨਾਂ ਦੇ ਨਾਲ, ਤੁਹਾਨੂੰ ਕੁਝ ਨਹੀਂ ਲੱਗ ਰਿਹਾ? ਦੇਖੋ ਮੈਂ ਗੱਲ ਕਰਾਂ, ਮੈਨੂੰ ਮਸਜਿਦ 'ਚ ਨਾ ਉਹ ਸਿੱਖ ਤੇ ਛੱਡੋ, ਹਿੰਦੂ ਛੱਡੋ, ਮੈਨੂੰ ਇੱਥੇ ਕਿਸੇ ਦਾ ਮੁਸਲਮਾਨ ਵੀ ਨਹੀਂ ਰੋਕ ਕੇ ਵਿਖਾ ਸਕਦਾ। ਮੇਰੇ ਰੱਬ ਦਾ ਕਰ ਰਹਾ ਮੈਨੂੰ ਰੋਕ ਕੇ ਤੇ ਵਿਖਾਵੇ। ਦੂਜੀ ਗੱਲ ਹੈ ਪੰਜਾਬ ਦੇ ਵਿੱਚ ਹੈਗਾ ਵਾ, ਦੇਖੋ ਪੰਜਾਬ ਦੀ ਜਿਹੜੀ ਧਰਤੀ ਹੈਗੀ ਆ ਉਹਦੀ ਰਹਿਤਲ ਹੈਗੀ ਆ ਕਿ ਉਹ ਐਕਸੈਪਟੈਂਸ ਦੇ ਵਿੱਚ ਹਮੇਸ਼ਾ ਆਉਂਦੀ ਆ। ਪੰਜਾਬ ਦੇ ਵਿੱਚ ਪੰਜਾਬੀ ਤੋਂ ਜ਼ਿਆਦਾ ਉਰਦੂ ਨੂੰ ਐਕਸੈਪਟੈਂਸ ਮਿਲੀ, ਪੰਜਾਬ ਦੇ ਵਿੱਚ ਪੰਜਾਬੀਆਂ ਤੋਂ ਜ਼ਿਆਦਾ ਸਿੰਧੀ, ਬਲੋਚੀ ਤੇ KPK ਵਾਲਿਆਂ ਨੂੰ ਐਕਸੈਪਟੈਂਸ ਮਿਲੀ ਆ। ਇਹ ਐਕਸੈਪਟੈਂਸ ਦੀ ਧਰਤੀ ਆ, ਇਨਕਲੂਸਿਵਿਟੀ ਦੀ ਧਰਤੀ ਹੈਗੀ, ਡਾਇਵਰਸਿਟੀ ਦੀ ਧਰਤੀ ਹੈਗੀ ਆ। ਇੱਥੇ ਕੋਈ ਵੀ ਕਿਸੇ ਨੂੰ ਨਹੀਂ ਰੋਕ ਸਕਦਾ, ਭਾਵੇਂ ਚੜ੍ਹਦੇ ਪੰਜਾਬ ਦੀ ਗੱਲ ਹੋਵੇ, ਲਹਿੰਦੇ ਪੰਜਾਬ ਦੀ। ਹਾਂ, ਜੇ ਹੁਣ ਅਸੀਂ ਇੰਡੀਆ ਦੀ ਗੱਲ ਕਰੀਏ, ਦੇਖੋ ਮੀਡੀਆ ਹੈਗਾ ਵਾ, ਤੁਸੀਂ ਵੀ ਮੀਡੀਆ ਹੈਗਾ, ਉਹ ਵੀ ਇੱਕ ਮੀਡੀਆ ਹੈਗਾ। ਮੀਡੀਆ ਦੇ ਕਰਕੇ ਸਾਨੂੰ ਇਹੋ ਜਿਹੀ ਗੱਲਾਂ ਆਉਂਦੀਆਂ ਜਾਂਦੀਆਂ ਨੇ। ਹੁਣ ਤੁਸੀਂ ਵੇਖੋ ਆਪਣਾ ਪੋਜ਼ਿਟਿਵ ਰੋਲ ਪਲੇ ਕਰ ਰਹੇ ਹੋ, ਤੁਸੀਂ ਮੇਰੇ ਤੋਂ ਸਵਾਲ ਪੁੱਛਿਆ, ਮੈਂ ਤੁਹਾਨੂੰ ਕਹਿਤਾ ਕਿ ਮੈਨੂੰ ਕੋਈ ਨਹੀਂ ਰੋਕ ਸਕਦਾ।
ਠੀਕ ਇਸੇ ਤਰ੍ਹਾਂ ਜੇ ਉਧਰ ਦਾ ਮੀਡੀਆ ਇਹੋ ਜਿਹਾ ਰੋਲ ਪਲੇ ਕਰੇ ਤੇ ਮੈਂ ਨਹੀਂ ਸਮਝਦਾ ਕਿ ਇਹੋ ਜਿਹੀ ਕਦੂਰਤਾਂ ਤੇ ਨਫ਼ਰਤਾਂ ਤੇ ਇਹੋ ਜਿਹੇ ਜਿਹੜੇ ਮਿਥਸ ਹੈਗੇ ਨੇ ਉਹ ਜ਼ਿਆਦਾ ਦੇਰ ਤੱਕ ਰਹਿਣਗੇ। ਜਦੋਂ ਮਾਈਨੋਰਿਟੀਜ਼ ਦੀਆਂ ਗੱਲਾਂ ਕਰੀਏ ਅਸੀਂ ਤੇ ਉਹ ਆਂਦੇ ਨੇ ਕਿ ਮੁਸਲਮਾਨਾਂ ਨੂੰ ਜਿਹੜੀਆਂ ਨੇ ਉੱਥੇ ਮੁਸਲਮਾਨ ਨੇ ਪਾਕਿਸਤਾਨ ਵਿੱਚ ਤੇ ਮਾਈਨੋਰਿਟੀਜ਼ ਨੂੰ ਉੱਥੇ ਹਕੂਕ ਹੀ ਹਾਸਲ ਨਹੀਂ ਤੇ ਅਸੀਂ ਕਹਿੰਦੇ ਆ ਤੇ ਕਿ ਮੁਸਲਮਾਨਾਂ ਨੂੰ ਉੱਥੇ ਹਕੂਕ ਹਾਸਲ ਨਹੀਂ। ਤੁਸੀਂ ਦੱਸੋ ਉਹਨਾਂ ਨੂੰ ਕਿ ਤੁਹਾਨੂੰ ਉੱਥੇ ਇੱਥੇ ਪਾਕਿਸਤਾਨ ਵਿੱਚ ਹਕੂਕ ਹਾਸਲ ਹੈ? ਦੇਖੋ ਇਹ ਗੱਲ ਦੇ ਉੱਤੇ ਨਾ ਥੋੜਾ ਮੈਂ ਗੂੜਾ ਜਿਹਾ ਚਾਨਣ ਪਾਉਣ ਦੀ ਕੋਸ਼ਿਸ਼ ਕਰਾਂਗਾ। ਮਾਈਨੋਰਿਟੀ ਜਿੱਥੇ ਵੀ ਹੋਈ ਹੈ ਨਾ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਕੰਪਲੀਟ ਰਾਈਟਸ ਕਦੇ ਨਹੀਂ ਮਿਲਣਗੇ ਵਿਦ ਆਲ ਡਿਊ ਰਿਸਪੈਕਟ, ਠੀਕ ਹੈ। ਦੂਜੀ ਗੱਲ ਇਹ ਵਾ ਕਿ ਮਾਈਨੋਰਿਟੀ ਭਾਵੇਂ ਇੰਡੀਆ ਦੇ ਵਿੱਚ ਹੈ, ਜਿਵੇਂ ਸਿੱਖ ਉੱਥੇ ਮਾਈਨੋਰਿਟੀ 'ਚ ਹੈਗਾ, ਮੁਸਲਿਮ ਵੀ ਉੱਥੇ ਮਾਈਨੋਰਿਟੀ 'ਚ ਹੈਗੇ। ਅੱਜ ਉਹਨਾਂ ਨਾਲ ਵੇਖੋ ਕੀ ਹੋ ਰਿਹਾ ਵਾ। ਠੀਕ ਇੱਧਰ ਦੀ ਮਾਈਨੋਰਿਟੀ ਨਾਲ ਵੀ ਇਹੋ ਜਿਹੀ ਚੀਜ਼ਾਂ ਹੋ ਰਹੀਆਂ ਨੇ। ਮੈਂ ਆਪਣੀ ਅੱਖਾਂ ਜਾਂ ਆਪਣਾ ਮੂੰਹ ਨਹੀਂ ਬੰਦ ਕਰਨਾ ਚਾਹਾਂਗਾ ਵਿਦ ਆਲ ਡਿਊ ਰਿਸਪੈਕਟ। ਅਮਰੀਕਾ 'ਚ ਜਾਓ, ਈਵਨ ਚਾਈਨਾ ਦੇ ਵਿੱਚ ਜਾਓ, ਮੁਸਲਮਾਨਾਂ ਨਾਲ ਬਹੁਤ ਕੁਝ ਹੋ ਰਿਹਾ ਵਾ। ਪਰ ਪਤਾ ਗੱਲ ਕੀ ਹੈ, ਜਿਸ ਮੁਲਕ ਨਾਲ ਸਾਡੀ ਬਣਦੀ ਹੈ ਨਾ ਉਹ ਠੀਕ ਹੈ, ਪਰ ਜਿੱਥੇ ਸਾਡੇ ਮੁਲਕਾਂ ਦੀ ਨਹੀਂ ਬਣਦੀ ਹੈ ਨਾ ਉਹ ਇੱਕ ਦੂਜੇ ਦੇ ਇਹੋ ਜਿਹੀ ਚੀਜ਼ਾਂ ਵਿਖਾਣਗੇ। ਫੋਰ ਐਗਜ਼ਾਮਪਲ ਚਾਈਨਾ ਦੇ ਵਿੱਚ ਕੀ ਹੋ ਰਿਹਾ ਕਿਸੇ ਨੂੰ ਨਹੀਂ ਪਤਾ। ਮੇਰਾ ਨਹੀਂ ਖਿਆਲ ਕਿ ਜਿੰਨੇ ਵੀ ਸਾਡੇ ਆਡੀਅנס ਨੇ ਉਹਨਾਂ ਨੂੰ ਵੀ ਪਤਾ ਹੋਏਗਾ, ਬਟ ਉੱਥੇ ਵੀ ਕੁਝ ਚੀਜ਼ਾਂ ਹੋ ਰਹੀਆਂ ਨੇ। ਦੂਜੇ ਕਈ ਮੁਲਕਾਂ ਦੇ ਵਿੱਚ ਹੈਗੇ ਨੇ, ਬਟ ਇਹ ਵਾ ਕਿ ਸਾਡੇ ਕਿਉਂਕਿ ਚਾਈਨਾ ਨਾਲ ਅੱਛੇ ਸੰਬੰਧ ਹੈਗੇ ਨੇ ਤਾਂ ਅਸੀਂ ਉਹ ਨਹੀਂ ਵਿਖਾਵਾਂਗੇ। ਇੰਡੀਆ ਨਾਲ ਬੁਰੇ ਹੈਗੇ ਨੇ ਜਾਂ ਅਮਰੀਕਾ ਦੇ ਕੁਝ ਥਾਵਾਂ ਤੇ ਬੁਰੇ, ਸੋ ਦੈਟਸ ਵਾਈ ਉਹ ਚੀਜ਼ਾਂ ਅਸੀਂ ਵਿਖਾਵਾਂਗੇ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਅਸੀਂ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ, ਇਹੋ ਜਿਹੇ ਲੋਕ ਕੋਸ਼ਿਸ਼ ਕਰ ਰਹੇ ਨੇ। ਹੁਣ ਵੇਖੋ ਇਹ ਆਏ ਮੈਨੂੰ ਅੱਗੇ ਲੈ ਕੇ ਆਏ ਤੇ ਮੇਰੀ ਆਵਾਜ਼ ਜਿਹੜੀ ਹੈ ਨਾ ਉਹ ਅੱਗੇ ਪਹੁੰਚਾ ਰਹੇ ਨੇ। ਸੋ ਬਸ ਇਹੀ ਚੀਜ਼ ਚਾਹੀਦੀ ਸਾਨੂੰ, ਤੁਹਾਡੇ ਵਰਗੇ ਲੋਕਾਂ ਦੀ ਲੋੜ ਆ, ਭਾਵੇਂ ਇੱਕ ਪਰਸਨ ਹੋਵੇ, ਦੈਟਸ ਇਨਫ। ਅੱਛਾ, ਆਖਰੀ ਸਵਾਲ, ਮੈਂ ਜ਼ਿਆਦਾ ਤੰਗ ਨਹੀਂ ਕਰਾਂਗੀ। ਜੇ ਇੰਡੀਆ ਵਾਲੇ ਆਖਣ ਕਿ ਇਹ ਪਾਕਿਸਤਾਨ ਛੱਡੋ ਤੇ ਉਹਦੇ ਆ ਜਾਓ ਤੁਸੀਂ, ਤੇ ਅਸੀਂ ਸਾਰੇ ਮੁਸਲਮਾਨਾਂ ਨੂੰ ਇੰਡੀਆ ਤੋਂ ਜਿਹੜੇ ਪਾਕਿਸਤਾਨ ਭੇਜਣ, ਸਾਰੇ ਸਿੱਖ ਹਿੰਦੂ ਜਿਹੜੇ ਨੇ ਮਿਨੋਰਿਟੀ ਉਹ ਸਾਰੇ ਇਹਦੇ ਆ ਜਾਣ, ਤੁਰ ਜਾਓਗੇ? ਕਦੇ ਵੀ ਨਹੀਂ, ਕਦੇ ਵੀ ਨਹੀਂ। ਕਦੇ ਵੀ ਨਹੀਂ। ਵਜ੍ਹਾ ਪਤਾ ਗੱਲ ਕੀ ਆ, ਮੈਂ ਕਿਉਂ ਛੱਡਾਂ? ਮਤਲਬ ਕੀ ਹੈ, ਮੈਨੂੰ ਕੋਈ ਰੀਜ਼ਨ, ਕੋਈ ਸਟੋਲਿਡ ਰੀਜ਼ਨ ਨਾ ਮੈਨੂੰ ਕਦੇ ਦੱਸਿਆ, ਨਾ ਕਦੇ ਕਿਸੇ ਨੇ ਦਿੱਤਾ ਹੈਗਾ। ਮੈਂ ਜਿੱਥੇ ਜੰਮਿਆ, ਜਿੱਥੇ ਪਲਿਆ, ਮੈਂ ਉਸ ਮਿੱਟੀ ਦੇ ਵਿੱਚ ਮਰਨਾ ਪਸੰਦ ਕਰਾਂਗਾ। ਮੈਂ ਇੱਧਰ ਦਾ ਨਮਕ ਖਾਦਾ, ਇੱਧਰ ਦੇ ਦਾਲ ਖਾਦੇ, ਇੱਧਰ ਦਾ ਗੇਹੂੰ ਖਾਦਾ, ਮੱਕੀ ਦੀ ਰੋਟੀ, ਚਾਵਲ ਖਾਦੇ ਨੇ। ਮੈਂ ਕਿਉਂ ਉੱਥੇ ਜਾਵਾਂ? ਕੀ ਹੈਗਾ ਮੇਰਾ ਸਾਰਾ ਕੁਝ ਤੇ ਇੱਥੇ ਹੈਗਾ। ਮੇਰੇ ਮਾਂ ਪਿਓ, ਮੇਰੀ ਭਾਸ਼ਾ, ਮੇਰੇ ਰਹਿਤਲ, ਮੇਰਾ ਸੱਭਿਆਚਾਰ, ਸਾਰਾ ਕੁਝ ਇੱਧਰ ਦਾ ਹੈਗਾ। ਮੇਰੇ ਕੋਲ ਕੋਈ ਇੱਕ ਰੀਜ਼ਨ ਵੀ ਨਹੀਂ ਹੈ। ਤੇ ਨਾਲੇ ਜੇ ਉਹ ਇਹੋ ਜਿਹੇ ਕਹਿਣਗੇ ਵੀ ਨਾ, ਮੈਂ ਫਿਰ ਵੀ ਨਹੀਂ ਕਿ ਮਨਾਂਗਾ ਕਿ ਮੈਂ ਉੱਥੇ ਜਾਵਾਂਗਾ। ਬਸ ਮੇਰਾ ਜੀਣਾ ਮਰਨਾ ਇੱਥੇ ਹੀ ਆ, ਇਹ ਤੈਅਸ਼ੁਦਾ ਗੱਲ ਹੈਗੀ। ਇਹ ਉਹ ਤਸਵੀਰ ਹੈ, ਉਹ ਰੁੱਖ ਹੈ ਤਸਵੀਰ ਦਾ, ਜਿਹੜਾ ਸੱਚ ਬੋਲ ਕੇ ਤੇ ਡਰੇ ਬਗੈਰ ਉਹਨਾਂ ਨੇ ਸੱਚ ਬੋਲਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਜਾਵਾਂਗਾ ਛੱਡ ਕੇ ਆਪਣੀ ਧਰਤੀ ਨੂੰ। ਇਹ ਹੁੰਦੀ ਹੈ ਇਮਾਨਦਾਰੀ। ਤੇ ਸਾਨੂੰ ਇਹ ਭਾਈ ਸਾਡੇ ਜਿਹੜੇ ਨੇ ਸਿੱਖ ਹੋਣ, ਹਿੰਦੂ ਹੋਣ, ਕ੍ਰਿਸਚਨ ਹੋਣ, ਸਾਨੂੰ ਉਹ ਪਿਆਰੇ ਨੇ ਤੇ ਅਸੀਂ ਇਹਨਾਂ ਨੂੰ ਜਾਣ ਵੀ ਨਹੀਂ ਦੇਣਾ ਇੱਥੋਂ ਤੇ ਇੱਥੇ ਹੀ ਰੱਖਣਾ ਇਹਨਾਂ ਨੂੰ ਤੇ ਇੱਥੇ ਹੀ ਇਹ ਜਿਹੜੇ ਜੀਣਾ ਮਰਨਾ ਇਹਨਾਂ ਦੇ ਇੱਥੇ ਹੀ ਹੈ ਤੇ ਅਸੀਂ ਇਹਨਾਂ ਦੇ ਨਾਲ ਹੀ ਖਾਵਾਂਗੇ ਪੀਵਾਂਗੇ। ਸਾਨੂੰ ਸਾਡੀ ਇਹ ਮਸਜਿਦ ਦੇ ਨਾਲ ਗੁਰਦੁਆਰਾ ਇੰਜ ਹੀ ਹੈ, ਠੀਕ ਹੈ। ਉਹ ਵੇਖੋ ਗੁਰਦੁਆਰਾ, ਹਾਂ ਪਿੱਛੋਂ ਗੁਰਦੁਆਰਾ ਨਜ਼ਰ ਆ ਰਿਹਾ ਤੇ ਇਹ ਸਾਡੇ ਭਰਾ ਨੇ ਤੇ ਸਾਡੇ ਭਰਾ ਹੀ ਭੈਣਾਂ ਹੀ ਰਹਿਣਗੀਆਂ ਤੇ ਅਸੀਂ ਇਹਨਾਂ ਨੂੰ ਬਿਲਕੁਲ ਤੰਗ ਨਹੀਂ ਤੇ ਅਸੀਂ ਪਿਆਰ ਕਰਨੇ ਆ ਤੇ ਕਰਦੇ ਰਹਿਣਗੇ। ਥੈਂਕ ਯੂ।